ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਐਸਾ ਦਾਤਾ ਜਿਹੜੇ ਆਪ ਜੀ ਨੂੰ ਇਹ ਸੜਕ ਦੇਣਾ ਚਾਹੁੰਦੇ ਨੇ, ਆਪਣੇ ਮੁਖ ਵਿੱਚ ਤੇ ਸਾਰੇ ਹੀ ਪਾਣਾ ਜਾਣਦੇ ਨੇ। ਗੁਰੂ ਸਾਹਿਬ ਕਹਿੰਦੇ ਮੈਂ ਉਡੀਕਦਾ ਤੈਨੂੰ ਕਿਸੇ ਦੇ ਮੁਖ 'ਚ ਪਾਣ ਦੀ ਜਾਚ ਆ ਜਾਏ। ਐਸਾ ਗੁਰਵੜ ਭਾਗੀ ਹੋਇਆ ਜਦੋਂ ਕਿਸੇ ਦੇ ਮੁਖ ਵਿੱਚ ਪਾਉਣ ਦੀ ਜਾਚ ਆ ਜੇ, ਉਹਨੂੰ ਆਖਦੇ ਨੇ ਦਇਆ, ਪਰਉਪਕਾਰ। ਉਸ ਤੋਂ ਬਾਅਦ ਫਿਰ ਧਰਮ ਠਹਿਰਦਾ ਹੈ। ਆਖੋ ਸਤਨਾਮ। ਕਿਵੇਂ ਦੱਸਾਂ, ਲਾਈਫ ਵਿੱਚ ਚਲਦੇ ਚਲਦੇ ਇੱਕ ਵੇਲਾ ਤੁਹਾਡਾ ਇਹੋ ਜਿਹਾ ਆਏਗਾ, ਆਪਣਾ ਸਵਾਰ ਕੇ ਇੰਨੀ ਖੁਸ਼ੀ ਨਹੀਂ ਹੋਏਗੀ ਜਿੰਨਾ ਕਿ ਦੂਜੇ ਦਾ ਸਵਾਰ ਕੇ ਖੁਸ਼ੀ ਹੋਏਗੀ। ਇੱਕ ਸਰੀਰ ਮੈਨੂੰ ਮਿਲਿਆ ਸੀ, ਕਿਤੇ ਆਪਣੀ ਲਾਈਫ ਵਿੱਚ ਕਿਸੇ ਕੋਲ 5 ਸਾਲ ਜਾਂਦਾ ਰਿਹਾ, ਉਹਦੇ 5 ਸਾਲ ਨਿੱਕੇ ਨਿੱਕੇ ਕੰਮ ਵੀ ਕਰਦਾ ਰਿਹਾ, ਤੇ ਕਰਦਾ ਕਿਸ ਵਾਸਤੇ ਰਿਹਾ ਕਿ ਮੈਨੂੰ ਕਿਤੇ ਉਹ ਕੀਰਤਨ ਸਿਖਾ ਦੇਵੇ। ਕੁਦਰਤੀ ਜਦੋਂ ਵਿਚਾਰ ਸਾਂਝੀ ਹੋਈ, ਕਹਿੰਦੇ ਚਲੋ ਨਿੰਦਿਆ ਤੇ ਨਹੀਂ ਕਰਨੀ ਚਾਹੀਦੀ, ਪਰ 5 ਸਾਲ ਮੈਂ ਕਿਸੇ ਕੋਲ ਗਿਆ, ਘਰ ਦੇ ਕੰਮ ਹੀ ਮੇਰੇ ਕੋਲ ਕਰਾਉਂਦਾ ਰਿਹਾ ਉਹ, ਪਰ ਉਹਨੇ ਮੈਨੂੰ ਕੀਰਤਨ ਦਾ ਜਿਹੜਾ ਨਿਚੋੜ ਗੁਣ ਹੈ ਨਾ, ਉਹ ਝੋਲੀ ਵਿੱਚ ਨਹੀਂ ਪਾਇਆ। ਮੈਂ ਕਿਹਾ ਬਈ ਇਹ ਅਵਸਥਾ ਹੈ, ਇਹ ਅਵਸਥਾ ਹੈ ਵੀ ਜਿਹੜਾ 5 ਸਾਲ ਤੇਰੇ ਕੋਲ ਘਰ ਦੇ ਕੰਮ ਕਰਾਉਂਦਾ ਰਿਹਾ, ਪਰ ਤੇਰੇ ਝੋਲੀ 'ਚ ਗੁਣ ਉਹਨੇ ਨਹੀਂ ਪਾਇਆ। ਇਹ ਇੱਕ ਅਵਸਥਾ ਹੈ ਕਿ ਅਜੇ ਉਹਦੇ ਅਵਸਥਾ ਹੀ ਨਹੀਂ ਬਣੀ ਕਿ ਦੂਜੇ ਨੂੰ ਸਿਖਾ ਕੇ ਖੁਸ਼ੀ ਹੋਣੀ, ਦੂਜੇ ਦਾ ਸਵਾਰ ਕੇ ਸ਼ਾਂਤੀ ਮਿਲਣੀ। ਇੱਕ ਅਵਸਥਾ ਹੈ। ਗੁਰੂ ਅਰਜਨ ਦੇਵ ਕਹਿੰਦੇ ਮੇਰੇ ਸਿੱਖਾ ਇਹ ਸੜਕ ਤੇ ਕਦੋਂ ਆਏਗਾ, ਇਸ ਪੌੜੀ ਤੇ ਕਦੋਂ ਆਏਗਾ, ਦੂਜੇ ਦੇ ਮੁਖ 'ਚ ਪਾ ਕੇ ਤੈਨੂੰ ਸ਼ਾਂਤੀ ਮਿਲੇ, ਦੂਜੇ ਨੂੰ ਕੋਈ ਸਿਖਾ ਕੇ ਸ਼ਾਂਤੀ ਮਿਲੇ, ਦੂਜੇ ਨੂੰ ਕੋਈ ਸਵਾਰ ਕੇ ਸ਼ਾਂਤੀ ਮਿਲੇ। ਉਹਦਾ ਨਾਮ ਹੈ ਦਇਆ। ਬੱਚੇ ਦਾ ਜਨਮ ਦਿਨ ਇੰਜ ਮਨਾਓ, ਵਿਆਹ ਦੀਆਂ ਐਨਵਰਸਰੀਆਂ ਇੰਜ ਮਨਾਓ ਕਿ ਇਹ ਮਾਇਆ ਹੋਰ ਕੰਮਾਂ 'ਚ ਫਾਲਤੂ ਖਰਚ ਨਾ ਹੋਵੇ। ਇਸ ਤਰ੍ਹਾਂ ਮਨਾਓ ਕਿ ਤੁਹਾਡੇ ਇਲਾਕੇ 'ਚ, ਤੁਹਾਡੇ ਆਂਢ ਗੁਆਂਢ, ਤੁਹਾਡੇ ਆਲੇ ਦੁਆਲੇ 'ਚ ਕੋਈ 13 ਵਿਧਵਾ ਬੀਬੀਆਂ ਨੇ, ਉਹਨਾਂ ਨੂੰ ਦਸਵੰਧ 'ਚੋਂ ਸੂਟ ਲੈ ਦਿਓ, ਤੁਹਾਡੇ ਬੱਚੇ ਦਾ ਜਨਮ ਦਿਨ ਦਰਗਾਹ 'ਚ ਹਾਜ਼ਰੀ ਲੱਗ ਜੇ। ਉਹਨਾਂ ਦਾ ਤਨ ਕੱਜਿਆ ਗਿਆ।
ਅਕਾਲ। ਸਤਿ ਸ੍ਰੀ ਅਕਾਲ। ਬਾਣੀ ਵੀ ਤੇ ਸੇਵਾ ਵੀ, ਸਿਮਰਨ ਵੀ ਸੇਵਾ ਵੀ, ਦੂਜੀਆਂ ਪਾਰਟੀਆਂ ਕੱਢ ਗਏ। ਇਹ ਪਹਿਲੀ ਦਇਆ ਕਿ ਤੁਹਾਡੇ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਪ੍ਰਾਪਤ ਹੋਵੇ। ਦੂਸਰੀ ਦਇਆ ਮਾਇਆ ਨਹੀਂ ਵੀ ਹੈ, ਬੋਲਾਂ 'ਚ ਦਇਆ। ਆਖੋ ਸਤਿਨਾਮ। ਇਹ ਵੀ ਵੰਡ ਸਕਦੇ ਹੋ। ਬੋਲਾਂ 'ਚ ਦਇਆ ਕਿ ਤੁਹਾਡੇ ਜਿਹੜੇ ਬੋਲ ਨੇ, ਬੋਲ ਉਹਨਾਂ ਦੇ ਵਿੱਚ ਦਇਆ ਜਿਹਦਾ ਮੁੱਲ ਕੋਈ ਨਹੀਂ ਲੱਗਦਾ। ਕੋਈ ਤਨ ਕਰਕੇ ਰੋਗੀ ਹੈ ਜਾਂ ਤਨ ਕਰਕੇ ਦੁਖੀ ਹੈ, ਤੁਹਾਡੇ ਹੱਥੋਂ ਉਹਦੇ ਤੇ ਦਇਆ ਹੋਣੀ। ਗੱਜ ਕੇ ਆਖੋ ਸਤਿਨਾਮ। ਕੋਈ ਤਨ ਕਰਕੇ ਰੋਗੀ ਹੈ ਜਾਂ ਤਨ ਕਰਕੇ ਦੁਖੀ ਹੈ, ਉਹਦੇ ਤੇ ਦਇਆ। ਹੋਰ ਧਰਮਾਂ ਵਿੱਚ ਤੇ ਸਿੱਖ ਧਰਮ ਵਿੱਚ ਕੀ ਇਹਦਾ ਕੋਈ ਮਹੱਤਵ ਹੈਗਾ? ਕੋਈ ਤਨ ਕਰਕੇ ਰੋਗੀ ਜਾਂ ਤਨ ਕਰਕੇ ਦੁਖੀ ਹੈ। ਬੋਧੀ ਧਰਮ ਵਿੱਚ ਤਨ ਕਰਕੇ ਰੋਗੀ, ਕੋਈ ਤਨ ਕਰਕੇ ਦੁਖੀ, ਉਹਦੇ ਤੇ ਦਇਆ ਐਡੀ ਵੱਡੀ ਮਹਾਤਮਾ ਬੁੱਧ ਜੀ ਨੇ ਕਹੀ ਹੈ ਕਿ ਮਹਾਤਮਾ ਬੁੱਧ ਜੀ ਦੇ ਜੀਵਨ ਵਿੱਚੋਂ ਬਚਨ ਮਿਲਦਾ, ਕਹਿੰਦੇ ਜਿਹੜਾ ਮੇਰੀ ਸੇਵਾ ਕਰਨੀ ਚਾਹੁੰਦਾ, ਕਿਸੇ ਰੋਗੀ ਦੀ ਸੇਵਾ ਕਰ ਲਵੇ, ਉਹ ਮੇਰੀ ਹਾਜ਼ਰੀ ਲੱਗ ਜਾਏਗੀ। ਆਪੋ ਸਤਿਨਾਮ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਗਿਆਨ ਹੈ ਕਿ ਗੁਣ ਲੈਣ ਲਈ ਬੇਸ਼ੱਕ ਹੋਰ ਧਰਮਾਂ ਦੀ ਵੀ ਚੀਜ਼ ਪੜ੍ਹ, ਕੋਈ ਗੁਣ ਹੋਰ ਮਿਲ ਜਾਏ। ਮਹਾਤਮਾ ਬੁੱਧ ਜੀ ਦੇ ਕਿੱਡਾ ਵੱਡਾ ਬਚਨ, ਜੋ ਕੋਈ ਮੇਰੀ ਸੇਵਾ ਕਰਨੀ ਚਾਹੇ, ਕਿਸੇ ਰੋਗੀ ਦੀ ਸੇਵਾ ਕਰ ਲਵੇ, ਮੇਰੀ ਹਾਜ਼ਰੀ ਸੇਵਾ ਦੀ ਆਪੇ ਲੱਗ ਗਈ ਹੋਈ। ਆਖੋ ਸਤਿਨਾਮ। ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਜਾਂ ਤਨ ਕਰਕੇ ਦੁਖੀ, ਉਹਦੀ ਸੇਵਾ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਬਾਰੇ, ਇਹ ਤੀਜੀ ਦਇਆ ਬਾਰੇ ਇਤਿਹਾਸ ਵਿਚਾਰੋ ਤੇ ਸ਼ਿਕਾਇਤ ਆ ਗਈ, ਭਾਈ ਕਨਈਆ ਜੀ ਪਾਣੀ ਪਿਆਉਂਦੇ ਆ। ਆਖੋ ਸਤਿਨਾਮ। ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਭਾਈ ਕਨਈਆ ਜੀ। ਵੇਖ ਲੋ, ਇਹ ਤਨ ਕਰਕੇ ਰੋਗੀ, ਕੋਈ ਤਨ ਕਰਕੇ ਦੁਖੀ, ਕਿੱਡਾ ਵੱਡਾ ਸਿੱਖੀ ਦੇ ਵਿੱਚ ਸਿੱਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਪਿਓ ਮਲਮ ਦੀ ਡੱਬੀ ਤੇ ਅੱਗੋਂ ਨਾਲ ਪੱਟੀ, ਭਾਈ ਕਨਈਆ ਝੋਲੀ ਕਰ, ਇਹ ਪੱਟੀ ਤੇ ਮਲਮ ਦੀ ਡੱਬੀ ਵੀ ਝੋਲੀ 'ਚ ਪਾ ਲੈ, ਜਿੱਥੇ ਪਾਣੀ ਪਿਆਉਣਾ, ਜਿਹਨੂੰ ਤਨ ਕਰਕੇ ਫਿਰ ਜ਼ਖਮ ਹੋ ਜਾਣ, ਸੱਟ ਲੱਗ ਜੇ, ਆ ਮਲਮ ਪੱਟੀ ਵੀ ਕਰ ਲਿਆ। ਆਖੋ ਸਤਿਨਾਮ। ਕੈਸੀ ਸਿੱਖੀ ਹੈ ਕਿ ਜੰਗ ਦਾ ਮੈਦਾਨ ਹੋਵੇ ਤੇ ਉਹਦੇ ਵਿੱਚ ਵੀ ਕੈਸਾ ਇੱਕ ਦੂਜੇ ਨਾਲ ਮੁਕਾਬਲਾ ਹੋਏ, ਪਰ ਗੁਰੂ ਸਾਹਿਬ ਕਹਿੰਦੇ ਜਿਹਨੂੰ ਤੀਰ ਵੱਜਦੇ ਪਏ ਨੇ, ਇਹਦੇ ਨਾਲ ਵੈਰ ਕੋਈ ਨਹੀਂ। ਜ਼ੁਲਮੀ ਵੱਲੋਂ ਜ਼ੁਲਮ ਕਰਨ ਆਇਆ, ਜ਼ੁਲਮ ਨਾਲ ਵੈਰ ਏ। ਭਾਈ ਕਨਈਆ, ਜੇ ਕੋਈ ਤਨ ਕਰਕੇ ਵਿਲਕਾਂਦਾ ਪਿਆ, ਮੇਰੇ ਸਰੀਰ ਨੂੰ ਚੋਟ ਲੱਗੀ ਏ, ਮੇਰੇ ਵੱਲੋਂ ਤੈਨੂੰ ਆਰਡਰ ਹੈ, ਇਹ ਮਲਮ ਪੱਟੀ ਵੀ ਕਰਿਆ ਕਰ। ਗੱਜ ਕੇ ਆਖੋ ਸਤਿਨਾਮ। ਕੈਸਾ ਗੁਰੂ ਹੈ। ਕੋਈ ਤਨ ਕਰਕੇ ਦੁਖੀ ਜਾਂ ਰੋਗੀ, ਇਹ ਕੰਮ ਹੈ ਤੇ ਔਖਾ ਸਾਡੇ ਤੁਹਾਡੇ ਲਈ, ਪਰ ਗੁਰੂ ਘਰ ਤੋਂ ਸਿੱਖਿਆ
ਅੱਜ ਕਿਸੇ ਬੀਬੀ ਨੂੰ ਪੁੱਛ ਲਓ, ਦਾਸ ਨੂੰ ਪੁੱਛ ਲਓ, ਸਾਨੂੰ ਪੁੱਛ ਲਓ, ਹਰ ਬੰਦਾ ਕਹਿੰਦਾ ਮੈਂ ਬਿਜ਼ੀ ਬੜਾ ਹਾਂ। ਜਦੋਂ ਅਸੀਂ ਜਰਾ ਜਿਹਾ ਅਪਾਇੰਟਮੈਂਟ ਘੱਟ 7 ਦੇ ਲਾਗੇ ਜਾਗੇ ਭੋਗ ਪਾਣ ਲੱਗਦੇ ਆ, 100-200 ਸਰੀਰ ਉੱਠਿਆ ਹੁੰਦਾ। ਅਸੀਂ ਕਹਿੰਦੇ ਤਾਂ ਨਹੀਂ, ਚਲੋ ਜਿੰਨਾ ਚਿਰ ਕੋਈ ਆਇਆ ਸ਼ੁਕਰ ਹੈ। ਕੋਈ ਜਿਹੜਾ 200 ਸਰੀਰ 100 ਸਰੀਰ ਉੱਠਦਾ ਹੈ, ਜੇ ਭੋਗ ਨਹੀਂ ਪਿਆ ਹੁੰਦਾ ਉਹਦਾ ਕਾਰਨ ਬਿਜ਼ੀ ਬੜੇ। ਆਖੋ ਸਤਨਾਮ, ਅੱਗੇ ਪਹੁੰਚਣਾ ਹੈ। ਤੇ ਮੈਂ ਕਈ ਵਾਰੀ ਸੋਚਦਾ ਵੀ ਸੱਚਿਆ ਪਾਤਸ਼ਾਹ, ਅਸੀਂ ਆਮ ਬੰਦੇ ਇੰਨੇ ਬਿਜ਼ੀ ਹੋ ਗਏ ਆ। ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਜਗਤ ਨੂੰ ਸੰਭਾਲਿਆ ਕਿੰਨੇ ਬਿਜ਼ੀ ਹੋਣਗੇ, ਉਹਨਾਂ ਦੇ ਕਿੰਨੇ ਰੁਝੇਵੇਂ ਹੋਣਗੇ। ਉਹਨਾਂ ਦੀ ਕਿੰਨੀ ਸੰਗਤ ਆਣੀ ਟੈਂਡ ਕਰਨਾ, ਕਿੰਨੇ ਸੇਵਾਦਾਰਾਂ ਨੂੰ ਦਿਹਾੜੀ ਦੇਣੀ, ਕਿੰਨਿਆਂ ਨੂੰ ਨਿਸ਼ਕਾਮ ਵਾਲਿਆਂ ਨੂੰ ਪ੍ਰਸ਼ਾਦ ਦੇਣਾ, ਕਿੰਨੇ ਨਕਸ਼ੇ ਬਣਾਣੇ, ਕਿੰਨੇ ਪ੍ਰਬੰਧ ਸੰਭਾਲਣੇ, ਕਿੰਨੇ ਬਿਜ਼ੀ ਹੋਣਗੇ। ਗੁਰੂ ਅਰਜਨ ਦੇਵ ਜੀ ਕਿੰਨੇ ਰੁਝੇਵੇਂ ਹੋਣਗੇ, ਕਿੰਨੇ ਬਿਜ਼ੀ। ਪਰ ਹੈਰਾਨ ਹੈ ਦਾਸ, ਇੰਨੇ ਰੁਝੇਵਿਆਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ 1 ਘੰਟਾ ਰੋਜ਼ ਕੱਢਦੇ ਨੇ। ਕਿਸ ਵਾਸਤੇ? ਤਰਨ ਤਾਰਨ ਜਿਹੜਾ ਕੋੜਖਾਨਾ, ਜਿਨ੍ਹਾਂ ਨੂੰ ਤਨ ਕਰਕੇ ਰੋਗੀ ਹੋ ਗਏ, ਦੁਖੀ ਨੇ, ਉਹਨਾਂ ਦੀ ਆਪ ਹੱਥੀਂ ਸੇਵਾ ਕਰਦੇ ਨੇ ਜਾ ਕੇ। ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਕੈਲੰਡਰ ਛਾਪੇ ਐ, ਸਿੱਖ ਨੇ ਟਰੇ ਫੜੀ ਐ, ਵਿੱਚ ਦਵਾਈਆਂ ਪਈਆਂ, ਰੂਹ ਪਿਆ, ਤੇ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਕੋੜਖਾਨੇ 1-1 ਕੋੜੀ ਦੀ ਸਾਧ ਸੰਗਤ ਆਪ ਹੱਥੀਂ ਸੇਵਾ ਕਰਦੇ। ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਹੈ ਜਾਂ ਦੁਖੀ ਹੈ, ਉਹਦੀ ਸੇਵਾ। ਫਿਰ ਤੁਸੀਂ ਹੋਰ ਜ਼ਿਕਰ ਵੇਖੋ, ਤੁਸੀਂ ਸਾਰੀ ਸੰਗਤ ਇੱਕ ਸਾਖੀ ਸੁਣਦੇ ਹੁੰਦੇ ਹੋ ਭਾਈ ਸੁਜਾਨਾ ਜੀ ਦੀ। ਭਾਈ ਸੁਜਾਨ ਸਿੰਘ, ਉਹਦੇ ਪੁੱਤਰ ਵੱਡੇ ਹੋ ਗਏ ਸੀ ਤੇ ਸਭ ਘਰ-ਬਾਰ ਛੱਡ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਚਲੇ ਗਏ ਸੀ ਸੁਜਾਨ ਸਿੰਘ। ਤੇ ਇੱਥੋਂ ਤੱਕ ਕਹਿੰਦੇ ਸੀ ਵੀ ਮੈਨੂੰ ਚੌਰ ਸਾਹਿਬ ਦੀ ਸੇਵਾ ਦਿਓ, ਮੈਨੂੰ ਕੱਪੜੇ ਧੋਣ ਦੀ ਸੇਵਾ ਦਿਓ, ਪ੍ਰਸ਼ਾਦਾ ਲਿਆਉਣ ਦੀ ਸੇਵਾ ਦਿਓ। ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕੋਈ ਗੁਣ ਹੈਗਾ? ਕਹਿੰਦਾ ਮੈਂ ਕੀਮੀ ਦਾ ਕੰਮ ਜਾਣਨਾ। ਤੇ ਮਹਾਰਾਜ ਨੇ ਕਿਹਾ ਸੀ ਆਨੰਦਪੁਰ ਸਾਹਿਬ ਤੋਂ 20 ਮੀਲ ਦੂਰ ਦੁਕਾਨ ਪਾ ਲੈ, ਆਏ ਗਏ ਰਾਈ ਨੂੰ ਮਲਮ ਪੱਟੀ ਕਰਿਆ ਕਰ। ਕੋਈ ਤਨ ਦਾ ਰੋਗੀ ਆ ਜੇ, ਤਨ ਦਾ ਦੁਖੀ, ਦਵਾਈ ਵੀ ਦਿਆ ਕਰ। ਬਿਲਕੁਲ ਵਿਹਲਾ ਹੋਵੇ ਜਲ ਛਕਾਇਆ ਕਰ। ਸਾਖੀ ਤੁਸੀਂ ਸੁਣੀ ਹੈ। ਮਹਾਰਾਜ ਭੇਸ ਬਦਲਾ ਕੇ ਚਲੇ ਗਏ ਸੀ, ਮੇਰਾ ਹੁਕਮ ਮੰਨਦਾ ਪਿਆ। ਤੇ ਜਦੋਂ ਹੁਕਮ ਮੰਨਣ ਵਿੱਚ ਉਹ ਪਾਸ ਹੋ ਗਿਆ ਤੇ ਕਲਗੀਧਰ ਮਹਾਰਾਜ ਨੇ ਆਖਿਆ ਸੀ ਜਿਹਦੀ ਸਵੇਰੇ ਪੱਟੀ ਕੀਤੀ ਆ ਉਹ ਮੈਂ ਸੰਗਜ ਕੇ। ਆਖੋ ਸਤਨਾਮ। ਕਿੰਨੀ ਵੱਡੀਆਂ ਖੁਸ਼ੀਆਂ ਨੂੰ ਦਿੱਤੀਆਂ। ਜਿੰਨੇ ਮੇਰੇ ਵੀਰ ਭੈਣਾਂ, ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ, ਕੋਈ ਤਨ ਕਰਕੇ ਦੁਖੀ, ਤੁਹਾਡੇ ਰਾਹੀਂ ਉਹਨੂੰ ਸੁਖ ਪ੍ਰਾਪਤ ਹੋਵੇ। ਆਖੋ ਸਤਨਾਮ। ਖੁਸ਼ੀ ਹੈ ਪਰਮੇਸ਼ਰ ਦੀ। ਤੁਸੀਂ ਇੱਕ ਇਤਿਹਾਸ ਸੁਣਿਆ ਹੋਵੇਗਾ, ਕ੍ਰਿਸ਼ਨ ਜੀ ਦਰਬਾਰ 'ਚ ਬਹਿਣਾ ਤੇ 5ਵਾਂ ਪਾਂਡਵਾਂ ਵਿੱਚ ਸੀ ਯੁਧਿਸ਼ਟਰ। ਉਹਨੇ ਜਦੋਂ ਦਰਬਾਰ ਜਾਣਾ ਤੇ ਕ੍ਰਿਸ਼ਨ ਜੀ ਨੇ ਸੱਜਾ ਹੱਥ ਕਰਕੇ ਕਹਿਣਾ ਆਓ ਰਾਜਨ ਬੈਠੋ। ਆਖੋ ਸਤਨਾਮ। ਆਓ ਰਾਜਨ ਬੈਠੋ। ਜਦੋਂ ਦਰਬਾਰ ਲੱਗਾ ਹੋਣਾ ਤੇ ਬਿਦਰ ਨੇ ਆਣਾ, ਬਿਦਰ ਨੇ ਤੇ ਕ੍ਰਿਸ਼ਨ ਜੀ ਨੇ ਬੜੇ ਪਿਆਰ ਨਾਲ ਨਾ ਇਹ ਦੋਵੇਂ ਹੱਥਾਂ 'ਚ ਕਰ ਲੈਣੇ, ਉਹਨੂੰ ਇਕੱਲੇ ਨਾ ਕਹਿਣਾ ਆਓ ਰਾਜਨ ਬੈਠੋ। ਬਿਦਰ ਨੇ ਆਣਾ ਤੇ ਦੋਵੇਂ ਹੱਥਾਂ 'ਚ ਤੇ ਕਹਿਣਾ ਕਿ ਆਓ ਭਗਤ ਜੀ ਬੈਠੋ। ਜਿਵੇਂ ਕਈ ਵਾਰੀ ਅੰਦਰ ਖੁੜਕਦੀ ਨਾ ਬੰਦੇ ਦੇ।
युधिष्ठिर दे अंदर खुड़कणी, मैनू भगत क्यों नहीं कहते? आपको सतन हाँ झूठ मैं नहीं कदी बोलिया, मैं भी सच ते चलण दा यतन करदा, गुण मेरे च इन्ने ने। मैनू एक हथ नाल कहंदे ने आओ राजन जी बैठो, विदर आवे ते कहंदे आओ भगत जी बैठो। अंदर कहंदे एक दिन युधिष्ठिर घोड़े ते जा रहा है जंगल विच, अगे चला गया, जा रहा जंगल विच ते कहंदे भीलां दी लड़की दी रोण दी आवाज आई, रोण दी आवाज ना इन्ना दर्द रोण दा कि सुनिया ना जावे। ते युधिष्ठिर ने घोड़ा दौड़ाया उस आवाज दे मगर, जिथों आवाज आंदी उधर घोड़ा दौड़ाना। हुण जिथों जिथों आवाज आवे उधर घोड़ा खड़दा, ते खड़दे खड़दे झुग्गी विच भीलां दी लड़की ओदी आवाज रोंदी पई है, दर्द नाल विलका रही। ते युधिष्ठिर अंदर जाके कहंदा कि ऐ बच्चीए रो क्यों रही है? अगों की कहंदी है? कहंदी मैनू बच्चा होने वाला है, मेरे पेट च बच्चा है, समा पूरा हो गया है, मेरे घर दे सारे गरीब ने किरत करन गए, घर कोई नहीं है, मैं दर्द नाल विलका रही हां। ते युधिष्ठिर अगों कहंदा भी मैं तेरे किसे काम आ सका? कहंदी इस वेले मैनू लोड़ है कोई तेल मेरे पेट ते मल्ले, ते तेल मेरियां तलियां ते पैरां दियां तलियां ते झस्से, ते ये अगर मैं बच्चे नू सौखा जन्म दे दियां, मैं उस दर्दां दे नाल विलका रही हां। हुण कित्थे वो वड्डा युधिष्ठिर पांडव, इतिहास लिखिआ देखो दया ओदा तन दुखी है। युधिष्ठिर ने काले रंग दी पट्टी लई ते अखां ते बन लई, कि औरत है अपनी अखां ते पट्टी बन ली काले रंग दी, ते कहंदे तेल लिया ओदे पेट ते मलिया, तेल लिया है हुण राजा है पांडव है किड्डा, तेल लिया ओदे पैरां दी तलियां ते मलिया, तेल लिया ओदे पेट ते मलिया। अपने राज भाग ओ शाही पोशाक ओदी कोई परवाह नहीं कीती। कहंदे उस भीलां दी लड़की ने बच्चे नू जन्म दिता, ते इतिहास विच लिखिआ कि इन्ने नू ओदा परिवार पहुंच गया। जदों परिवार पहुंचिया, जिसनू बुलाउणा सी सारा वो समा संभालिया। युधिष्ठिर दे कपड़े जेड़े ने ना लिखिआ कि लहू नाल होर गंदे भी हो गए। उन्हें परिवार तो आग्या लई, वो भीलां दी लड़की इंज हथ जोड़ के शुकराने कर रही है कि किवें मर्यादा नाल अखां ते काली पट्टी बन के एक भीलां दी लड़की दे पैरां दी तलियां चस्सियां, एक भीलां दी लड़की गरीब ओदे पेट ते तेल मलिया। कहंदे हुण जदों वापस गया ना राज दरबार च, इशनान पानी कीता, कपड़े नवे पाए, ते हुण जदों दरबार च गया ना, ते दरबार च आंदा पिया, अगों कृष्ण जी ना दोवें हाथ जोड़ के कहंदे आओ भगत जी बैठो, आओ भगत जी बैठो। सत श्री अकाल। कृष्ण जी कहंदे आओ भगत जी बैठो। ते ओ युधिष्ठिर कहंदा महाराज इन्ने साल हो गए मेरे कन्ना नू तरसदे आ कि मैं जदों आना मैनू कहंदे आओ राजन बैठो, विदर जदों आंदा कहंदे आओ भगत जी बैठो, ते मैं तरसदा रहना सा भी मैनू भगत नहीं कहंदे। ते अज की गल तुसीं अज मैनू कहते आओ भगत जी बैठो। कृष्ण जी हस पे कहंदे युधिष्ठिर अज तू एहो जा दयाला काम करके आया, एहो जा दयाला काम करके आया जिहदे नाल निरंकार दे घर विच तैनू भगत दा दर्जा मिल गया। अज के आखो सतनाम। अज तू अपने शाही लिबास की परवाह नहीं की, अज तू अपने भी मैं पांडव हाँ, मैं एक राजा हाँ, वो भी परवाह नहीं की। एक गरीब भीलां दी लड़की ते तन दा दुख आया ते तू उस समय नू अखां ते काली पट्टी बन के
नीवा काम करके भी संभालिया। अज तू ओ काम कीता कि निरंकार दे घर विच तैनू भगत दा दर्जा कह दो गज के सतनाम। कोई तन करके दुखी या रोगी, ये तीजी दया। 5 मिनट सहयोग देना जे, एक बारी फिर पढ़ो ਇਹਦਾ किन्ना महत्व है। विच दुनिया बोलो भैनों विच सारे गज के आखो सतनाम। तीजी दया, कोई तन करके रोगी है या दुखी है ओदे कम आउणा। ये मैं जड़ियां हिंट जे दे रहा हो सकता वड्डे होण, पर आप जी नूं बेनती भावें छोटे लैवल ते भी। दिल्ली विच कुछ महीने पहला किसी दे जवान पुत्र नूं कोई तकलीफ हो गई सी ते डॉक्टरी पढ़ाई है, कोई अंदर वाइट सैल घट गए। वो डॉक्टर ने कहा जी कोई बंदा लियाओ, फिर वो वाइट सैल इहदे च पावांगे। उन्हें एक रिश्तेदार नूं पुछया, वो कहंदे जी किसी होर नूं करा दो। आखो सतनाम। दूजे ने पूछे जी ये काम हो गया। तीजे रिश्तेदार ने पूछा भी तेरे वाइट सैल लैने तो उच पाने फिर वो चो लेंदे हो थोड़े समय उदे पूरे हो जाते। ये मैं महाराज की हजूरी च कह रहा जी, गुरु गोबिंद सिंह दा बख्शिया परिवार गुरुद्वारा सीसगंज साहब का जत्था, ओदा एक मैंबर उन्होंने मिल गया ते उन्होंने आख्या इस तरह कुछ वाइट सैल चाहिए ने। वो डॉक्टर इलाज कर रहा मेरे पुत्र का, नाल पूरे करने। जदों गुरु दे सिख नूं कहा, उन्हें 1 घंटे बाद 10 सिंह खुलार दिते। कहंदे एक दे नहीं भावें 10 दे लै लो, सानू कलगीधर वल्लों ये सिक्ख्या मिली हुई है। निके लैवल पे देखो, साइंस का डॉक्टरों का कहना है कि जेड़ा 40-45 तो थले भी अपना किसी को बहुत ब्लड लोड़ है, इन्नी उम्र तो थले आ रिस्ट बुस्ट दे देंदा, तो डॉक्टर आम कहते 2-3 घंटे बाद वह पूरा हो जाता। तुहाडे ब्लड नाल किसी की जान बच सके, ये भी तन करके कोई दुखी रोगी उहदे ते दिया। वाइट सैल लोड़ ने जो 10 सिंह आ गए, असीं हाज़र हाँ। ये गुरु गोबिंद सिंह दी बख्शीशां। आखो सतनाम। ये मतलब निक्के लैवल ते भी ये कर सकते हैं, छोटे लैवल ते नहीं। बाबा जी की गोच बैठा, एक और छोटा लेवल सुन लो। कोई तन करके दुखी, मैं एक घर से बैठा सा, सस उची उची रो पई। सस नू एक गल लिखी जी है घरेलू, तो मैं तां निक्की सुनाना भी दोवें लैवल आ जान, वड्डा भी छोटा। सस ने थोड़ी उची रो पई ते नूह ने पूछया भी क्यों रो रहे हो?
ਉਹ ਕਹਿੰਦੀ ਏ 5 ਮਿੰਟ ਘੱਟ 4 ਹੋ ਗਏ ਨੇ, 4 ਵਜੇ ਮੈਂ ਰੋਜ਼ ਸ਼ਾਮੀ ਦਰਬਾਰ ਸਾਹਿਬ ਜਾਨੀ ਆ ਤੇ ਗਿੱਚੀ ਨੂੰ ਇੰਨੀ ਦਰਦ ਹੋ ਰਹੀ ਏ, ਇੰਨੀ ਦਰਦ ਹੋ ਰਹੀ ਏ ਕਿ ਮੈਂ ਰੋਨੀ ਤਾਂ ਪਈ ਆ। ਇੱਕ ਤੇ ਦਰਦ ਹੋ ਰਹੀ ਏ ਗਿੱਚੀ ਨੂੰ, ਇੱਕ ਮੇਰਾ ਦਰਬਾਰ ਸਾਹਿਬ ਟੁੱਟ ਨਾ ਜਾਵੇ ਰੋਟੀ। ਹੁਣ ਵੇਖੋ, ਹੁਣ ਇੱਥੇ ਨੂੰ ਹੱਥੇ ਆ ਕੇ ਬੈਠੀ ਉਹਦੇ ਚੰਦੀ ਦਰਦ ਮੈਂ ਹੀ ਕਰਦਾ। ਘਰ 'ਚ ਵੀ ਤਨ ਕਰਕੇ ਰੋਗੀ ਹੋ ਸਕਦਾ, ਘਰ 'ਚ ਵੀ ਤਨ ਕਰਕੇ ਦੁਖੀ ਹੋ ਸਕਦਾ। ਉਸ ਨੂੰ ਨੇ ਆਮ ਘਰਾਂ ਦੀ ਦਵਾਈਆਂ ਦਾ ਪਰਸ ਬਣਿਆ ਹੁੰਦਾ ਹੈ, ਦਵਾਈਆਂ ਦਾ ਪਰਸ ਖੋਲਿਆ, ਇੱਕ ਦਰਦ ਦੀ ਗੋਲੀ ਕੱਢੀ, ਸੱਸ ਨੂੰ ਦਿੱਤੀ। ਇਹ ਮੇਰੇ ਵੇਖਦੇ ਆ। ਇੱਕ ਕੋਈ ਉਹਨੇ ਕਰੀਮ ਕੱਢੀ ਜਿਹਦੀ ਥੋੜੀ ਮਾਲਿਸ਼ ਕਰਦੇ ਤੇ ਦਰਦ ਚੁੱਕੀ ਜਾਂਦੀ ਹੈ, ਕੁਝ ਵੀ। ਉਹ ਕਰੀਮ ਕੱਢੀ, ਦਵਾਈ ਵਾਲੀ ਕਰੀਮ, ਸ਼ਿੰਗਾਰ ਵਾਲੀ ਨਹੀਂ। ਉਹ ਜਦੋਂ ਗਿੱਚੀ ਤੇ 5 ਮਿੰਟ ਵਾਹਿਗੁਰੂ ਵਾਹਿਗੁਰੂ ਜਪਦੇ ਆ, ਸੱਸ ਦੇ ਮੱਲੀ ਗੋਲੀ ਨਾਲ ਦੇਤੀ। ਤੇ ਇਹ ਮੇਰੇ ਵੇਖਦਿਆਂ ਦੀ ਗੱਲ ਜੇ ਕਿ 10-11 ਮਿੰਟ ਬਾਅਦ ਉਹ ਸੱਸ ਜਿਹੜੀ ਦਰਦ ਨਾਲ ਰੋ ਰਹੀ ਸੀ ਨਾ, ਹੁਣ ਹੱਸਦੀ ਪਈ ਹੈ, ਖੁਸ਼ ਹੈ। ਨੂੰ ਨੇ ਸੁਭਾਵ ਮਤੇ ਹੁਣ ਹੱਸਦੇ ਪਏ, ਕੀ ਗੱਲ ਖੁਸ਼ ਹੋ? ਕਹਿੰਦੀ ਦਰਦ ਚੁੱਕੀ ਗਈ ਹੈ ਵੀ ਦੋਵੇਂ ਕਾਰਜ ਹੋ ਗਏ ਨੇ, ਦਰਦ ਵੀ ਚਲੀ ਗਈ ਹੈ ਤੇ ਹੁਣ ਮੈਂ ਦਰਬਾਰ ਸਾਹਿਬ ਵੀ ਜਾਣ ਲੱਗੀ ਆ। ਵੇਖੋ ਇਹ ਨਿੱਕਾ ਲੈਵਲ ਹੈ। ਆਖੋ ਸਤਿਨਾਮ। ਇਹ ਘਰ ਵਿੱਚ ਵੀ ਕਿਸੇ ਨੂੰ ਤਨ ਕਰਕੇ ਤਕਲੀਫ ਹੈ, ਤੁਸੀਂ ਉਹਦੇ 5-7 ਮਿੰਟ ਕਿਸੇ ਕੰਮ ਆ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਘਰ ਵਿੱਚ ਵੀ ਦਇਆ ਕਮਾ ਸਕਦਾ ਹੈ। ਇਹਨੂੰ ਉਲਟਾ ਵੀ ਲੈ ਸਕਦਾ। ਨੂੰ ਇਹ ਤਕਲੀਫ ਤੇ ਸੱਸ ਨੇ ਸਮਾਂ ਸੰਭਾਲ ਲਿਆ, ਉਹਨੂੰ ਇਹ ਤੇ ਦੂਜੇ ਨੇ, ਨਨਾਣ ਨੂੰ ਤੇ ਦਰਾਣੀ ਨੇ। ਗੁਰੂ ਆ ਮੰਗਦਾ, ਗੁਰੂ ਸਾਡੇ ਘਰਾਂ ਚੋਂ ਆ ਖੁਸ਼ਬੂ ਮੰਗਦਾ ਵਿੱਚ ਦੁਨੀਆ ਸਿਰ ਕਮਾਈਏ ਤਾਂ ਦਰਗੇ ਬੈਸਣ ਪਾਈਏ। ਕੋਈ ਤਨ ਕਰਕੇ ਰੋਗੀ ਜਾਂ ਦੁਖੀ, ਉਹਦੇ ਵੀ ਕੰਮ ਆ ਜਾਣਾ। ਇਹ ਤੀਜੀ ਦਇਆ ਹੈ, ਘਰੇਲੂ ਲੈਵਲ, ਵੱਡੇ ਲੈਵਲ। ਆ ਤੁਹਾਡਾ ਪਿਓ ਕੋੜਖਾਨੇ ਜਾ ਕੇ ਆਪ ਕੋੜੀਆਂ ਦੀ ਸੇਵਾ ਕਹਿ ਦੇਗਾ ਜੀ ਕਿ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜੀ ਮਿਹਰ ਕਰ। ਮੈਂ ਇੱਕ ਇਤਿਹਾਸ ਪੜ੍ਹ ਰਿਹਾ ਸਾਂ। ਇੱਕ ਜੁਲਾਏ ਨੇ ਗੁਰੂ ਨਾਨਕ ਮਹਾਰਾਜ ਨੂੰ ਨਾ ਗਲੀਚਾ ਭੇਟਾ ਕੀਤਾ। ਗਲੀਚਾ ਬੁਣ ਕੇ ਨਾ, ਜੁਲਾਇਆ ਸੀ, ਬਹੁਤ ਅਮੀਰ ਵੀ ਨਹੀਂ ਸੀ, ਤੇ ਗਲੀਚਾ ਬੁਣਿਆ ਆਉਂ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ। ਗੁਰੂ ਨਾਨਕ ਮਹਾਰਾਜ ਜੀ ਇਹ ਗਲੀਚਾ ਪ੍ਰਵਾਨ ਕਰੋ। ਤੇ ਬਾਬਾ ਜੀ ਨੇ ਨਾ ਪਾਸੇ ਕਰਕੇ ਨਾ ਕਹਿੰਦੇ ਭਾਈ ਲੋੜ ਨਹੀਂ। ਕਹਿੰਦਾ ਜੀ ਮੈਂ ਬੜੇ ਚਾਅ ਨਾਲ ਬੁਣਿਆ, ਪ੍ਰਵਾਨ ਕਰੋ। ਤੇ ਮੈਂ ਇਤਿਹਾਸ ਪੜਿਆ, ਬਾਬਾ ਕੀ ਕਹਿੰਦਾ? ਕਹਿੰਦਾ ਭਾਈ ਮੇਰੇ ਵਾਸਤੇ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੇਰੇ ਵਾਸਤੇ ਸਾਰੀ ਧਰਤੀ ਗਲੀਚਾ ਹੀ ਹੈ। ਆਖੋ ਸਤਨਾਮ। ਸਾਰੀ ਧਰਤੀ ਮੇਰੀ ਹੈ, ਗਲੀਚਾ ਹੀ ਹੈ। ਕਹਿੰਦਾ ਨਹੀਂ, ਉਹ ਧਰਤੀ ਸਾਰੀ ਤੁਹਾਡੇ ਲਈ ਗਲੀਚਾ ਹੈ, ਪਰ ਪ੍ਰਵਾਨ ਕਰੋ ਜੁਲਾਹਾ। ਇੱਕ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਨੂੰ ਇੰਜ ਲੱਗਦਾ ਵੀ ਇਹ ਗਲੀਚੇ ਦੇ ਪਿੱਛੇ ਤੇਰੀ ਅਰਦਾਸ ਹੈ ਕੋਈ। ਆਖੋ ਸਤਨਾਮ। ਕੋਈ ਮੰਗੇ ਤੇਰੀ, ਆ ਜਿਹੜਾ ਗਲੀਚਾ ਬੁਣ ਕੇ ਦੇਣਾ ਪਿਆ ਇਹਦੇ ਪਿੱਛੇ ਕੋਈ ਮੰਗੇ ਤੇਰੀ? ਚੁੱਪ ਕਰ ਗਿਆ, ਬੋਲਦਾ ਨਹੀਂ। ਕਹਿੰਦਾ ਜੀ ਗਲੀਚਾ ਇਸ ਸੁਖਣਾ ਨਾਲ ਦੇ ਰਿਹਾ, ਮੇਰੇ ਘਰ ਔਲਾਦ ਹੋਵੇ, ਬੱਚਾ ਹੋਵੇ, ਹੈ ਨਹੀਂ। ਹੋਏ ਹੋਏ ਇਤਿਹਾਸ ਹੈ। ਕਹਿੰਦੇ ਇੱਕ ਕੁੱਤੀ ਤੇ ਉਹਦੇ ਬੱਚੇ ਠੰਡ ਦੇ ਨਾਲ ਠਰਦੇ ਪਏ ਸਾਹਮਣੇ 15 ਫੁੱਟ ਦੂਰ। ਗੁਰੂ ਨਾਨਕ ਸਾਹਿਬ ਅੱਗੋਂ ਕੀ ਕਹਿੰਦੇ? ਜਾ ਇਹ ਗਲੀਚਾ ਉਹਨਾਂ ਦੇ ਉੱਤੇ ਪਾ ਦੇ, ਉਹਨਾਂ ਤੇ ਪਾ ਦੇਗਾ ਮੈਨੂੰ ਪਹੁੰਚ ਜਾਏਗਾ। ਆਖੋ ਸਤਨਾਮ। ਵਿੱਚ ਦੁਨੀਆ ਤਾਂ ਦਰਗੇ ਬੈਸਣ ਪਾਈਏ। ਕਹੋ ਨਾਨਕ ਇਹ ਤੀਜੀ ਦਇਆ, ਕਿਸੇ ਦਾ ਤਨ ਰੋਗੀ, ਕਿਸੇ ਦਾ ਤਨ ਦੁਖੀ, ਜੇ ਤੂੰ ਉਹਦੇ ਕੰਮ ਵੀ ਆ ਗਿਆ, ਇਸ ਤੋਂ ਵੱਡੀ ਕੀ ਮਿਸਾਲ ਹੈ। ਪਿਪਲੀ ਸਾਹਿਬ ਕਾਬਲ ਤੋਂ ਸੰਗਤ ਆਈ ਤੇ ਜਿਨ੍ਹਾਂ ਦਾ ਅੱਜ ਆਗਮਨ ਦਿਨ ਮਨਾ ਰਹੇ ਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਜਿੱਥੇ ਪੱਖਾ ਝੱਲਿਆ
ਜਿੱਥੇ ਦੇਗ ਵੰਡੀ, ਜਿੱਥੇ ਆਪ ਹੱਥੀ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਨੇ ਜਲ ਛਕਾਇਆ, ਜਦੋਂ ਕੁਝ ਬਜ਼ੁਰਗ ਆਪਣੀਆਂ ਲੱਤਾਂ ਆਪੇ ਘੁੱਟਦੇ ਪਏ ਤੇ ਗੁਰੂ ਅਰਜਨ ਦੇਵ ਜੀ ਕੋਲ ਚਲੇ ਗਏ, ਕਹਿੰਦੇ ਬਜ਼ੁਰਗੋ ਤਨ ਦਰਦ ਹੋ ਰਿਹਾ, ਇਹ ਝੋਲੀ 'ਚ ਮੇਰੀ ਸੇਵਾ ਪਾ ਦਿਓ। ਆਖੋ ਸਤਿਨਾਮ। ਹੁਣ ਦੁਨੀਆ ਦਾ ਮਾਲਕ ਗੁਰੂ ਅਰਜਨ ਦੇਵ ਜੀ ਲੱਤਾਂ ਘੁੱਟ ਰਿਹਾ, ਮੁੱਠੀ ਚਾਬੀ ਕਰ ਰਿਹਾ, ਮੋਢੇ ਘੁੱਟ ਰਹੇ ਆ ਜੀ, ਉਹਨਾਂ ਦੇ ਤਨ ਨੂੰ ਥਕਾਵਟ ਹੈ। ਤਨ ਨੂੰ ਸਹੂਲਤ ਪਹੁੰਚੇ ਤੇ ਹੁਣ ਹੈ ਭੇਸ ਬਦਲਾਇਆ ਸੀ। ਜਦੋਂ ਬਜ਼ੁਰਗਾਂ ਦੀਆਂ ਲੱਤਾਂ ਘੁੱਟਦੇ ਪਏ ਐ, ਮੋਢੇ ਘੁੱਟਦੇ ਪਏ ਐ, ਇੱਕ ਬਜ਼ੁਰਗ ਦੀਆਂ ਲੱਤਾਂ ਘੁੱਟਦੇ ਪਏ, ਬੜੇ ਚਾਅ ਨਾਲ ਜੁੜ ਕੇ ਗੁਰੂ ਅਰਜਨ ਦੇਵ ਜੀ ਸ਼ੁਕਰ ਹੈ ਮੈਨੂੰ ਸੇਵਾ ਮਿਲੀ, ਭੇਸ ਬਦਲਾਇਆ ਸੀ। ਤੇ ਅੱਗੋਂ ਬਜ਼ੁਰਗ ਗੁਰੂ ਅਰਜਨ ਦੇਵ ਜੀ ਦੀ ਪਿੱਠ ਤੇ ਹੱਥ ਮਾਰ ਕੇ ਕਹਿੰਦਾ ਮੁੰਡਿਆ ਬੜਾ ਸੁੱਖ ਦਿੱਤਾ ਈ, ਮੁੰਡਿਆ ਬੜੀ ਸੇਵਾ ਕੀਤੀ ਆ, ਸਵੇਰੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਂਗੇ, ਤੇਰੀ ਵੀ ਹਾਜ਼ਰੀ ਲਵਾਵਾਂਗੇ। ਆਪਕੋ ਸਤਨਾਮ। ਆ ਨਹੀਂ ਪਤਾ ਗੁਰੂ ਅਰਜਨ ਦੇਵ ਜੀ ਆਪ ਪੂਰਨੇ ਪਾ ਰਹੇ ਆ ਕਿ ਆਪਣੇ ਲਈ ਤੇ ਸਾਰੇ ਜੀਂਦੇ ਨੇ। ਇਹ ਤੀਜੀ ਦਇਆ, ਕਿਸੇ ਦਾ ਤਨ ਰੋਗੀ ਜਾਂ ਦੁਖੀ, ਉਹਦੇ ਵਾਸਤੇ ਵੀ ਘਰੇਲੂ ਲੈਵਲ ਤੇ, ਸਮਾਜ ਲੈਵਲ ਤੇ, ਧਰਮ ਦੇ ਲੈਵਲ ਤੇ ਤੇਰੇ ਕੋਲੋਂ ਦਇਆ ਦੁਨੀਆ ਤੇ ਹੋਵੇ। ਆਖੋ ਸਤਨਾਮ।